ਗੰਗਾ ਦੇ ਕਿਨਾਰੇ ਤੇ ਇੱਕ ਕਾਂਸ਼ੀ ਨਾਮ ਦੀ ਨਗਰੀ ਬਹੁਤ ਮਸ਼ਹੂਰ ਹੈ। ਉਸ ਕਾਂਸ਼ੀਪੁਰੀ ਵਿੱਚ ਸ਼ੁਕਲ ਨਾਮ ਕਰਕੇ ਇੱਕ ਵੈਸ਼ ਰਹਿੰਦਾ ਸੀ। ਉਸ ਵੈਸ਼ ਦੀ ਇਸਤਰੀ ਦਾ ਨਾਮ ਸ਼ੁਕਲਾ ਸੀ। ਉਹ ਸ਼ੁਕਲਾ ਆਪਣੇ ਪਤੀਬ੍ਰਤਾ ਧਰਮ ਵਿੱਚ ਬੜੀ ਚਤੁਰ ਸੀ ਤੇ ਆਪਣੇ ਪਤੀ ਨੂੰ ਹੀ ਈਸ਼ਰ ਰੂਪ ਗੁਰੂ ਰੂਪ ਕਰਕੇ ਜਾਣਦੀ ਸੀ ਤੇ ਰਾਤ ਦਿਨ ਉਸ ਦੀ ਸੇਵਾ ਕਰਦੀ ਸੀ ਔਰ ਉਸੇ ਦੇ ਹੁਕਮ ਵਿੱਚ ਰਹਿੰਦੀ ਸੀ ਤੇ ਤਨ ਮਨ ਧਨ ਨਾਲ ਆਪਣੇ ਪਤੀ ਦੀ ਸੇਵਾ ਕਰਦੀ ਸੀ। ਉੱਤਮ ਆਚਾਰ ਤੇ ਸਾਧੂ ਸੁਭਾਵ ਨਾਲ ਰਹਿੰਦੀ ਸੀ। ਉਸ ਦਾ ਰੂਪ ਬੜਾ ਸੁੰਦਰ ਸੀ ਤੇ ਸਦਾ ਹੀ ਸੱਚ ਬੋਲਿਆ ਕਰਦੀ ਸੀ। ਕਦੇ ਵੀ ਉਹ ਝੂਠ ਨਹੀਂ ਸੀ ਬੋਲਦੀ ਤੇ ਮਨ ਨੂੰ ਵਿਕਾਰਾਂ ਤੋਂ ਹਟਾ ਕੇ ਸਦਾ ਹੀ ਸ਼ੁੱਧ ਰੱਖਦੀ ਸੀ। ਇਸੇ ਵਾਸਤੇ ਉਹ ਸ਼ੁਕਲਾ ਆਪਣੇ ਪਤੀ ਨੂੰ ਬੜੀ ਪਿਆਰੀ ਸੀ। ਘਰ ਦੇ ਕੰਮਾਂ ਵਿੱਚ ਉਹ ਬੜੀ ਚਤੁਰ ਸੀ ਤੇ ਨਿਤ ਹੀ ਸ਼ੁਭ ਚਿੰਤਨ ਕਰਦੀ ਤੇ ਚੰਗੇ ਕਾਰਜਾਂ ਵਿੱਚ ਹੀ ਆਪਣਾ ਮਨ ਲਗਾਇਆ ਕਰਦੀ ਤੇ ਉਸ ਦਾ ਪਤੀ ਸ਼ੁਕਲ ਵੈਸ਼ ਵੀ ਬੜਾ ਧਰਮਾਤਮਾ ਤੇ ਗਿਆਨਵਾਨ ਸੀ। ਇੱਕ ਦਿਨ ਉਸ ਸ਼ੁਕਲ ਵੈਸ਼ ਦੇ ਮਨ ਵਿੱਚ ਆਇਆ ਕਿ ਤੀਰਥਾਂ ਦੀ ਯਾਤਰਾ ਕਰੀਏ ਤੇ ਇਹ ਵਿਚਾਰ ਕੇ ਉਸਨੇ ਆਪਣੀ ਪਤਨੀ ਸ਼ੁਕਲਾ ਨੂੰ ਕਿਹਾ, ਮੇਰਾ ਮਨ ਤੀਰਥਾਂ ਨੂੰ ਜਾਣਾ ਚਾਹੁੰਦਾ ਹੈ। ਪਤੀ ਦੀ ਇਹ ਗੱਲ ਸੁਣ ਕੇ ਸ਼ੁਕਲਾ ਨੇ ਕਿਹਾ, ਹੇ ਸੁਆਮੀ ਜੀ, ਮੈਂ ਵੀ ਆਪ ਦੀ ਪਤਨੀ ਹਾਂ ਤੇ ਤੁਹਾਡੇ ਪੁੰਨ ਨੂੰ ਵਧਾਉਣ ਵਾਲੀ ਹਾਂ। ਤੁਹਾਡੀ ਆਗਿਆਕਾਰ ਤੇ ਪਤੀਬ੍ਰਤਾ ਧਰਮ ਨੂੰ ਧਾਰਨ ਵਾਲੀ ਵੀ ਹਾਂ ਤੇ ਮੈਂ ਤੁਹਾਨੂੰ ਈਸ਼ਵਰ ਰੂਪ ਜਾਣ ਕੇ ਤੁਹਾਡੀ ਪੂਜਾ ਵੀ ਨਿਤ ਹੀ ਕਰਦੀ ਹਾਂ। ਤੁਹਾਡਾ ਪੂਜਨ ਛੱਡ ਕੇ ਮੈਂ ਕਿਸੇ ਹੋਰ ਦੇਵਤੇ ਦਾ ਧਿਆਨ ਤੇ ਪੂਜਾ ਬਿਲਕੁਲ ਨਹੀਂ ਕਰਦੀ, ਬਲਕਿ ਤੁਹਾਡਾ ਹੀ ਧਿਆਨ ਤੇ ਪੂਜਾ ਸਦਾ ਕਰਦੀ ਹਾਂ ਤੇ ਤੁਹਾਡੀ ਇੱਛਾ ਦੇ ਅਨੁਸਾਰ ਹੀ ਮੈਂ ਸਾਰੇ ਕੰਮ ਕਰਦੀ ਹਾਂ। ਔਰ ਇਸ ਲੋਕ ਤਥਾ ਪਰਲੋਕ ਵਿੱਚ ਉਹ ਇਸਤਰੀ ਉੱਤਮ ਅਤੇ ਪਤੀਬ੍ਰਤਾ ਕਹਾਉਂਦੀ ਹੈ ਜੋ ਸਦੀਵ ਕਾਲ ਆਪਣੇ ਭਰਤੇ ਦੀ ਸੇਵਾ ਕਰੇ ਤੇ ਭਰਤੇ ਦੀ ਹੀ ਆਗਿਆ ਨੂੰ ਅੰਗੀਕਾਰ ਕਰੇ। ਹੇ ਸੁਆਮੀ ਜੀ, ਪਤੀ ਨੂੰ ਛੱਡ ਕੇ ਇਸਤਰੀ ਵਾਸਤੇ ਹੋਰ ਕੋਈ ਵੀ ਤੀਰਥ ਵਰਤ ਨਹੀਂ ਕਰਨਾ ਕਿਹਾ, ਕਿਉਂਕਿ ਇਸਤਰੀ ਦੀ ਗਤੀ ਤੀਰਥਾਂ ਦੇ ਕਰਨ ਨਾਲ ਨਹੀਂ ਹੁੰਦੀ, ਬਲਕਿ ਪਤੀਬ੍ਰਤਾ ਧਰਮ ਦੇ ਕਰਨ ਨਾਲ ਹੀ ਇਸਤਰੀ ਦੀ ਗਤੀ ਹੈ। ਤੇ ਪਤੀ ਦਾ ਖੱਬਾ ਪੈਰ ਇਸਤਰੀ ਵਾਸਤੇ ਪ੍ਰਯਾਗ ਤੀਰਥ ਹੈ ਤੇ ਸੱਜਾ ਪੈਰ ਪੁਸ਼ਕਰ ਤੀਰਥ ਹੈ। ਜਿਸ ਵੇਲੇ ਇਸਤਰੀ ਆਪਣੇ ਪਤੀ ਦੇ ਦੋਵੇਂ ਚਰਨ ਧੋ ਕੇ ਚਰਨਾਮ੍ਰਿਤ ਲੈਂਦੀ ਹੈ, ਉਸ ਵੇਲੇ ਉਸ ਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇਸਤਰੀ ਦੇ ਵਾਸਤੇ ਚਰਨਾਂ ਦਾ ਜਲ ਹੀ ਪਰਮ ਤੀਰਥ ਹੈ ਅਤੇ ਅਨੇਕ ਪ੍ਰਕਾਰ ਦੇ ਯੱਗ ਕਰਨ ਨਾਲ ਜੋ ਫਲ ਹੁੰਦਾ ਹੈ ਉਸ ਤੋਂ ਵੀ ਅਧਿਕ ਫਲ ਪਤੀਬ੍ਰਤਾ ਨੂੰ ਹੁੰਦਾ ਹੈ, ਜਿਹੜੀ ਤਨ ਮਨ ਨਾਲ ਪਤੀ ਦੀ ਸੇਵਾ ਕਰਦੀ ਹੈ। ਇਸੇ ਵਾਸਤੇ ਪਤੀ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਦੂਸਰਾ ਕਰਮ ਨਹੀਂ ਕਿਹਾ। ਇਸ ਲਈ ਹੇ ਸੁਆਮੀ ਜੀ, ਮੈਨੂੰ ਵੀ ਤੁਸੀਂ ਆਪਣੇ ਨਾਲ ਤੀਰਥ ਯਾਤਰਾ ਕਰਨ ਨੂੰ ਲੈ ਚੱਲੋ। ਮੇਰੇ ਨਾਲ ਚੱਲਣ ਕਰਕੇ ਇਹ ਲਾਭ ਹੋਏਗਾ ਕਿ ਮੇਰੇ ਪਾਸੋਂ ਤੁਹਾਡੀ ਰੋਜ਼ ਦੀ ਸੇਵਾ ਨਹੀਂ ਛੁੱਟੇਗੀ ਔਰ ਤੁਹਾਨੂੰ ਵੀ ਆਰਾਮ ਤੇ ਸੁੱਖ ਹੋ ਜਾਏਗਾ ਤੇ ਤੁਹਾਡੇ ਨਾਲ ਮੇਰਾ ਸੰਜੋਗ ਵੀ ਬਣਿਆ ਰਹੇਗਾ। ਜੇਕਰ ਤੁਸੀਂ ਮੈਨੂੰ ਨਾਲ ਲੈ ਕੇ ਨਹੀਂ ਜਾਓਗੇ ਤਾਂ ਤੁਹਾਡਾ ਵਿਜੋਗ ਮੈਂ ਕਿਸ ਤਰ੍ਹਾਂ ਸਹਾਰਾਂਗੀ, ਅਰਥਾਤ ਕਦੇ ਨਾ ਸਹਾਰਾਂਗੀ। ਜਿਸ ਵੇਲੇ ਇਸ ਪ੍ਰਕਾਰ ਦੇ ਬਚਨ ਸ਼ੁਕਲਾ ਨੇ ਆਪਣੇ ਪਤੀ ਨੂੰ ਕਹੇ ਤਾਂ ਉਸੇ ਵੇਲੇ ਸ਼ੁਕਲਾ ਵੈਸ਼ ਵੀ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਐਸੀ ਪਤੀਬ੍ਰਤਾ ਇਸਤਰੀ ਦਾ ਤਿਆਗ ਕਰਕੇ ਚਲੇ ਜਾਣਾ ਤਾਂ ਠੀਕ ਨਹੀਂ ਹੈ, ਪਰ ਐਸੀ ਸੁੰਦਰ ਰੂਪ ਵਾਲੀ, ਭਗਤੀ ਵਾਲੀ ਤੇ ਨਵੀਨ ਅਵਸਥਾ ਵਾਲੀ ਇਸਤਰੀ ਨੂੰ ਪ੍ਰਦੇਸ਼ ਵਿੱਚ ਲੈ ਕੇ ਜਾਣਾ ਵੀ ਠੀਕ ਨਹੀਂ ਹੈ, ਕਿਉਂਕਿ ਪ੍ਰਦੇਸ਼ ਵਿੱਚ ਅਨੇਕਾਂ ਪ੍ਰਕਾਰ ਦੇ ਡਰ ਹੁੰਦੇ ਹਨ ਤੇ ਤੀਰਥਾਂ ਦੇ ਰਸਤੇ ਤਾਂ ਅਨੇਕ ਪ੍ਰਕਾਰ ਦੇ ਬੰਨ ਪਰਬਤ ਪੈਣਗੇ ਤੇ ਸਰਦੀ ਗਰਮੀ ਆਦਿਕਾਂ ਦਾ ਵੀ ਸਹਾਰਨਾ ਹੋਵੇਗਾ। ਹਰ ਵੇਲੇ ਸਿਰ ਰੋਟੀ ਪਾਣੀ ਨਾ ਮਿਲਣ ਕਰਕੇ ਦੁੱਖ ਪ੍ਰਾਪਤ ਹੁੰਦਾ ਹੈ। ਜੇਕਰ ਕਿਤੇ ਇਸ ਦਾ ਕੋਮਲ ਸਰੀਰ ਰਾਹ ਵਿੱਚ ਬਿਮਾਰ ਹੋ ਗਿਆ ਤਦ ਮੈਨੂੰ ਬੜੀ ਔਖਿਆਈ ਹੋਵੇਗੀ, ਔਰ ਜੇਕਰ ਕਿਸੇ ਕਾਰਨ ਇਹ ਮਰ ਗਈ ਤਦ ਮੈਨੂੰ ਵੀ ਇਸ ਦੇ ਨਾਲ ਮਰਨਾ ਪਵੇਗਾ, ਕਿਉਂਕਿ ਇਹ ਮੈਨੂੰ ਪ੍ਰਾਣਾਂ ਤੋਂ ਵੀ ਪਿਆਰੀ ਹੈ ਤੇ ਮੇਰੀ ਜੀਵਨ ਹੈ। ਇਸ ਲਈ ਇਸ ਨੂੰ ਤੀਰਥ ਯਾਤਰਾ ਵਿੱਚ ਨਾਲ ਲੈ ਕੇ ਜਾਣਾ ਠੀਕ ਨਹੀਂ ਹੈ। ਅਜਿਹੀਆਂ ਵਿਚਾਰਾਂ ਕਰਦਾ ਹੋਇਆ ਉਹ ਸ਼ੁਕਲ ਵੈਸ਼ ਉਸ ਦਿਨ ਆਪਣੇ ਘਰ ਹੀ ਰਹਿ ਗਿਆ ਤੇ ਜਦ ਅੱਧੀ ਰਾਤ ਹੋਈ ਤੇ ਉਸ ਦੀ ਪਤੀਬ੍ਰਤਾ ਪਿਆਰੀ ਸੌਂ ਗਈ
ਤਾਂ ਇਹ ਸ਼ੁਕਲ ਜਾਗਿਆ ਤੇ ਥੋੜਾ ਬਹੁਤ ਸਮਾਨ ਲੈ ਕੇ ਚੁੱਪ ਕੀਤਾ ਤੀਰਥਾਂ ਨੂੰ ਤੁਰ ਗਿਆ। ਸਵੇਰੇ ਜਦ ਸ਼ੁਕਲਾ ਜਾਗੀ ਤਾਂ ਪਤੀ ਨੂੰ ਘਰ ਵਿੱਚ ਨਾ ਦੇਖ ਕੇ ਬਹੁਤ ਘਬਰਾਈ, ਇੱਧਰ ਉੱਧਰ ਢੂੰਡਣ ਲੱਗੀ ਤੇ ਜਦੋਂ ਕਿਤੇ ਵੀ ਉਸ ਨੂੰ ਆਪਣੇ ਪਤੀ ਦਾ ਪਤਾ ਨਾ ਲੱਗਾ ਤਦ ਜਾ ਕੇ ਪਤੀ ਦੇ ਮਿੱਤਰਾਂ ਨੂੰ ਪੁੱਛਣ ਲੱਗੀ ਕਿ ਜੇ ਤੁਹਾਨੂੰ ਪਤਾ ਹੈ ਤਾਂ ਦੱਸੋ ਮੇਰੇ ਪਤੀ ਕਿੱਧਰ ਗਏ ਹਨ। ਉਹਨਾਂ ਨੇ ਕਿਹਾ, ਉਹ ਮਹਾਤਮਾ ਤੀਰਥਾਂ ਦੀ ਯਾਤਰਾ ਕਰਨ ਗਏ ਹਨ ਔਰ ਥੋੜੇ ਹੀ ਚਿਰ ਤੱਕ ਮੁੜ ਕੇ ਘਰ ਆ ਜਾਣਗੇ, ਤੂੰ ਕੋਈ ਚਿੰਤਾ ਨਾ ਕਰ। ਪਤੀ ਦੇ ਮਿੱਤਰਾਂ ਪਾਸੋਂ ਪਤੀ ਦੇ ਚਲੇ ਜਾਣ ਦੀ ਖਬਰ ਸੁਣ ਕੇ ਸ਼ੁਕਲਾ ਨੂੰ ਮੁਰਛਾ ਆ ਗਈ। ਥੋੜੇ ਚਿਰ ਪਿੱਛੋਂ ਜਦ ਹੋਸ਼ ਆਈ ਤਾਂ ਬਹੁਤ ਵਿਰਲਾਪ ਕਰਨ ਲੱਗੀ ਔਰ ਰੁਦਨ ਕਰਦੀ ਹੋਈ ਆਪਣੇ ਘਰ ਨੂੰ ਚਲੀ ਗਈ ਤੇ ਆਣ ਕੇ ਇਸ ਪ੍ਰਕਾਰ ਦਾ ਬ੍ਰਹਮਚਰਜ ਧਾਰਨ ਕਰ ਲਿਆ ਕਿ ਜ਼ਮੀਨ ਤੇ ਸੌਣਾ, ਦਿਨ ਵਿੱਚ ਇੱਕ ਵਾਰ ਹੀ ਭੋਜਨ ਕਰਨਾ ਤੇ ਮੈਲੇ ਕੱਪੜੇ ਧਾਰਨੇ। ਉਸਨੇ ਮਹਾਨ ਕਠਨ ਵਰਤ ਧਾਰਨ ਕੀਤਾ ਤੇ ਦਿਨ ਰਾਤ ਆਪਣੇ ਪਤੀ ਦਾ ਹੀ ਧਿਆਨ ਕਰਦੀ ਰਹੇ। ਪਤੀ ਦੇ ਵਿਜੋਗ ਨਾਲ ਸ਼ੁਕਲਾ ਦਾ ਸਰੀਰ ਦਿਨੋਂ ਦਿਨ ਲਿੱਸਾ ਹੁੰਦਾ ਜਾਏ, ਇੱਥੋਂ ਤੱਕ ਕਿ ਥੋੜੇ ਹੀ ਦਿਨਾਂ ਵਿੱਚ ਉਹ ਬਹੁਤ ਹੀ ਨਿਰਬਲ ਤੇ ਮਾੜੀ ਹੋ ਗਈ। ਇੱਕ ਦਿਨ ਇੱਕ ਸਹੇਲੀ ਸ਼ੁਕਲਾ ਦੇ ਪਾਸ ਮਿਲਣ ਆਈ ਤਾਂ ਉਸ ਨੂੰ ਲਿੱਸੀ ਮਾੜੀ ਵੇਖ ਕੇ ਉਸ ਸਖੀ ਨੇ ਸ਼ੁਕਲਾ ਨੂੰ ਪੁੱਛਿਆ, ਭੈਣ ਤੂੰ ਇਤਨੀ ਮਾੜੀ ਕਿਉਂ ਹੁੰਦੀ ਜਾ ਰਹੀ ਹੈ। ਸ਼ੁਕਲਾ ਨੇ ਕਿਹਾ, ਹੇ ਸਖੀ, ਮੇਰੇ ਪਤੀ ਧਰਮ ਵਾਸਤੇ ਤੀਰਥ ਯਾਤਰਾ ਕਰਨ ਗਏ ਹਨ ਤੇ ਮੈਨੂੰ ਘਰ ਇਕੱਲੀ ਛੱਡ ਗਏ ਹਨ, ਸੋ ਉਹਨਾਂ ਦੇ ਵਿਛੋੜੇ ਕਰਕੇ ਮੇਰਾ ਸਰੀਰ ਨਿਰਬਲ ਤੇ ਲਿੱਸਾ ਹੁੰਦਾ ਜਾਂਦਾ ਹੈ। ਸਾਰਾ ਦਿਨ ਸੋਚਾਂ ਵਿੱਚ ਹੀ ਬੀਤਦਾ ਹੈ, ਦਿਨ ਮੁੱਕਣ ਵਿੱਚ ਨਹੀਂ ਆਉਂਦਾ ਹੈ, ਕਿਉਂਕਿ ਜਦੋਂ ਉਹ ਘਰ ਹੁੰਦੇ ਸਨ ਤਦ ਉਹਨਾਂ ਦੀ ਸੇਵਾ ਕਰਦਿਆਂ ਜੀ ਲੱਗਾ ਰਹਿੰਦਾ ਸੀ ਤੇ ਭਾਵੇਂ ਮੈਂ ਪਾਪਣ ਵੀ ਨਹੀਂ ਸਾਂ ਔਰ ਹੋਰ ਵੀ ਮੇਰਾ ਕੋਈ ਦੋਸ਼ ਮੈਨੂੰ ਪ੍ਰਤੀਤ ਨਹੀਂ ਹੁੰਦਾ, ਤਦ ਵੀ ਮੈਨੂੰ ਇਕੱਲੀ ਛੱਡ ਕੇ ਤੀਰਥ ਯਾਤਰਾ ਨੂੰ ਤੁਰ ਗਏ ਹਨ। ਮੈਂ ਰਾਤ ਦਿਨ ਰੁਦਨ ਕਰਦੀ ਹਾਂ ਤੇ ਬਹੁਤ ਦੁਖੀ ਰਹਿੰਦੀ ਹਾਂ। ਸ਼ੁਕਲਾ ਕਹਿਣ ਲੱਗੀ, ਹੇ ਸਖੀ, ਜੋ ਇਸਤਰੀ ਪਤੀ ਦੇ ਜੀਵਦੇ ਹੀ ਤੀਰਥ ਕਰਦੀ ਹੈ ਤਾਂ ਉਹ ਪਤੀਵ੍ਰਤਾ ਨਹੀਂ ਕਹੀ ਜਾਂਦੀ ਔਰ ਤਿਸ ਦੇ ਕੀਤੇ ਹੋਏ ਸਾਰੇ ਕਰਮ ਨਿਸਫਲ ਹੋ ਜਾਂਦੇ ਹਨ। ਹੇ ਸਖੀ, ਜੋ ਇਸਤਰੀ ਪਤੀ ਨੂੰ ਛੱਡ ਕੇ ਕਿਸੇ ਸਾਧੂ ਜਾਂ ਬ੍ਰਾਹਮਣ ਨੂੰ ਗੁਰੂ ਬਣਾ ਲੈਂਦੀ ਹੈ, ਉਹ ਇਸਤਰੀ ਨਰਕ ਨੂੰ ਜਾਂਦੀ ਹੈ, ਕਿਉਂਕਿ ਆਪਣਾ ਪਤੀ ਹੀ ਇਸਤਰੀ ਦਾ ਗੁਰੂ ਹੈ। ਹੇ ਸਖੀ, ਜਿਸ ਇਸਤਰੀ ਤੇ ਪਤੀ ਸਦਾ ਪ੍ਰਸੰਨ ਰਹਿੰਦਾ ਹੈ ਉਹ ਇਸਤਰੀ ਸਵੇਰੇ ਉੱਠ ਕੇ ਦਰਸ਼ਨ ਕਰਨ ਦੇ ਯੋਗ ਹੈ ਤੇ ਤਿਸ ਦੇ ਦਰਸ਼ਨ ਦਾ ਪੁੰਨ ਹੁੰਦਾ ਹੈ, ਔਰ ਜੋ ਇਸਤਰੀ ਪਤੀ ਦੀ ਆਗਿਆ ਦਾ ਉਲੰਘਣ ਕਰਕੇ ਆਪਣੀ ਇੱਛਾ ਅਨੁਸਾਰ ਵਿਵਹਾਰ ਕਰਦੀ ਹੈ, ਉਹ ਇਸਤਰੀ ਕਦੇ ਵੀ ਉੱਤਮ ਗਤੀ ਨੂੰ ਪਾ ਨਹੀਂ ਸਕਦੀ ਔਰ ਸੰਸਾਰ ਵੀ ਉਸ ਦੀ ਨਿੰਦਿਆ ਹੀ ਕਰਦਾ ਹੈ। ਹੇ ਸਖੀ, ਪਤੀਵ੍ਰਤਾ ਇਸਤਰੀ ਨੂੰ ਪਤੀ ਦਾ ਵਿਜੋਗ ਸਹਾਰਨਾ ਬਹੁਤ ਹੀ ਔਖਾ ਹੈ। ਇਸ ਔਖ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਕਦੇ ਵੀ ਉਹਨਾਂ ਦਾ ਆਖਿਆ ਨਹੀਂ ਫੇਰਿਆ, ਫਿਰ ਵੀ ਮੈਨੂੰ ਉਹ ਇਕੱਲਿਆਂ ਛੱਡ ਕੇ ਚਲੇ ਗਏ ਹਨ। ਇਸ ਕਰਕੇ ਮੈਂ ਰੋਂਦੀ ਰੋਂਦੀ ਨਿਰਬਲ ਤੇ ਲਿੱਸੀ ਹੁੰਦੀ ਜਾਂਦੀ ਹਾਂ। ਉਸ ਦੀ ਸਹੇਲੀ ਨੇ ਕਿਹਾ, ਸ਼ੁਕਲਾ, ਤੂੰ ਧੀਰਜ ਧਰ, ਚਿੰਤਾ ਕੋਈ ਨਾ ਕਰ, ਥੋੜੇ ਦਿਨਾਂ ਤੱਕ ਤੇਰੇ ਪਤੀ ਤੇਰੇ ਪਾਸ ਆ ਜਾਣਗੇ ਔਰ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਪ੍ਰਕਾਰ ਧੀਰਜੀ ਬਚਨ ਤੇ ਦਿਲਾਸਾ ਦੇ ਕੇ ਉਸ ਦੀ ਸਹੇਲੀ ਆਪਣੇ ਘਰ ਚਲੀ ਗਈ। ਪਰ ਸ਼ੁਕਲਾ ਪਤੀ ਦੇ ਵਿਜੋਗ ਵਿੱਚ ਅਤੀ ਦੁਖੀ ਦਿਨ ਗੁਜ਼ਾਰਨ ਲੱਗੀ। ਪਰੰਤੂ ਜਦੋਂ 5 ਬਰਸ ਬੀਤ ਗਏ ਤੇ ਉਹ ਸ਼ੁਕਲ ਤੀਰਥ ਯਾਤਰਾ ਤੋਂ ਮੁੜ ਕੇ ਨਾ ਆਇਆ ਤਾਂ ਸ਼ੁਕਲਾ ਬਹੁਤ ਘਬਰਾ ਗਈ ਤੇ ਵਿਆਕੁਲ ਹੋ ਕੇ ਰਾਤ ਦਿਨ ਚਿੰਤਾ ਵਿੱਚ ਪਈ ਰਹਿਣ ਲੱਗੀ, ਪਰੰਤੂ ਪਤੀਵ੍ਰਤ ਧਰਮ ਨੂੰ ਨਾ ਛੱਡਿਆ। ਜਦ ਇੰਦਰ ਰਾਜਾ ਨੂੰ ਇਹ ਖਬਰ ਮਿਲੀ ਕਿ ਸ਼ੁਕਲਾ ਆਪਣੇ ਧਰਮ ਵਿੱਚ ਬੜੀ ਦ੍ਰਿੜ ਹੈ, ਤਦ ਉਸਨੇ ਕਾਮਦੇਵ ਨੂੰ ਕਿਹਾ ਕਿ ਮੈਂ ਸ਼ੁਕਲਾ ਦੀ ਪ੍ਰੀਖਿਆ ਕਰਨ ਜਾਂਦਾ ਹਾਂ, ਤੂੰ ਮੇਰੀ ਮਦਦ ਕਰ। ਜੇ ਕੱਲ ਸ਼ੁਕਲਾ ਦਾ ਧਰਮ ਸੱਚਾ ਹੋਵੇਗਾ ਤਾਂ ਉਹ ਸਾਡੇ ਪਾਸੋਂ ਕਦੇ ਨਸ਼ਟ ਨਹੀਂ ਹੋਵੇਗਾ ਤੇ ਜੇ ਝੂਠਾ ਹੋਇਆ ਤਾਂ ਨਸ਼ਟ ਹੋ ਜਾਏਗਾ। ਇਸ ਤਰ੍ਹਾਂ ਸਲਾਹ ਕਰਕੇ ਕਾਮਦੇਵ ਨੂੰ ਨਾਲ ਲੈ ਕੇ ਰਾਜਾ ਇੰਦਰ ਸ਼ੁਕਲਾ ਦੀ ਤਰਫ ਤੁਰ ਪਿਆ ਤੇ ਸ਼ੁਕਲਾ ਦੇ ਪਾਸ ਜਾ ਕੇ ਰਾਜਾ ਇੰਦਰ ਨੇ ਆਪਣੇ ਸੁੰਦਰ ਸਰੂਪ ਦਾ ਦਰਸ਼ਨ ਸ਼ੁਕਲਾ ਨੂੰ ਦਿਖਾਇਆ, ਪਰ ਸ਼ੁਕਲਾ ਨੇ ਅੱਖ ਭਰ ਕੇ ਵੀ ਉਸ ਵੱਲ ਨਾ ਦੇਖਿਆ। ਇੰਦਰ ਨੇ ਇੱਕ ਕੁੱਟਣੀ ਨੂੰ ਸ਼ੁਕਲਾ ਦੇ ਪਾਸ ਭੇਜਿਆ। ਉਸ ਕੁੱਟਣੀ ਨੇ ਆ ਕੇ ਕਿਹਾ, ਹੇ ਸਹੇਲੀ, ਮੈਂ ਤੇਰੇ ਪਾਸ ਕਿਸੇ ਕੰਮ ਵਾਸਤੇ ਆਈ ਹਾਂ,
ਸੋ ਮੈਂ ਹੁਣ ਤੈਨੂੰ ਦੱਸਾਂਗੀ। ਪਹਿਲੇ ਤੂੰ ਇਹ ਸੁਣਾ ਕਿ ਤੂੰ ਅਜਿਹੇ ਮੈਲੇ ਕੱਪੜੇ ਕਿਉਂ ਪਹਿਨਦੀ ਹੈ ਔਰ ਤੇਰਾ ਪਤੀ ਕਿੱਥੇ ਗਿਆ ਹੈ। ਸ਼ੁਕਲਾ ਨੇ ਕਿਹਾ, ਮੇਰਾ ਪਤੀ 5 ਬਰਸ ਬੀਤ ਗਏ ਹਨ, ਤੀਰਥ ਯਾਤਰਾ ਨੂੰ ਗਿਆ ਹੈ। ਇਸੇ ਵਾਸਤੇ ਮੈਲੇ ਕੱਪੜੇ ਮੈਂ ਪਹਿਨਦੀ ਹਾਂ। ਮੈਂ ਪਤੀਵ੍ਰਤਾ ਹੋਣ ਦੇ ਕਾਰਨ ਪਤੀ ਦੇ ਵਿਜੋਗ ਨਾਲ ਬਹੁਤ ਦੁੱਖ ਭੋਗ ਰਹੀ ਹਾਂ। ਉਸ ਵਿਚੋਲੀ ਕੁਟਨੀ ਨੇ ਕਿਹਾ, ਹੇ ਸਖੀ, ਜੋ ਭਰਤਾ ਤੇਰੇ ਵਰਗੀ ਸੁੰਦਰ ਇਸਤਰੀ ਰੂਪ ਵਾਲੀ ਨੂੰ ਛੱਡ ਕੇ ਚਲਾ ਗਿਆ ਹੈ, ਉਹ ਬੜਾ ਨਿਰਦਈ ਹੈ ਔਰ ਉਸ ਨੂੰ ਤੇਰਾ ਜ਼ਰਾ ਵੀ ਪਿਆਰ ਮਾਲੂਮ ਨਹੀਂ ਹੁੰਦਾ। ਉਸ ਪਾਪੀ ਭਰਤੇ ਦਾ ਤਾਂ ਮੂੰਹ ਵੀ ਦੇਖਣਾ ਨਹੀਂ ਚਾਹੀਦਾ। ਪਿਆਰੀ, 5 ਬਰਸ ਬੀਤ ਗਏ ਹਨ ਤੇ ਉਸਨੇ ਕੁਝ ਵੀ ਖਬਰ ਨਾ ਲਈ ਕਿ ਤੂੰ ਦੁਖੀ ਹੈ ਜਾਂ ਸੁਖੀ। ਉਹ ਤਾਂ ਬੜਾ ਨਿਰਦਈ ਹੈ। ਹੇ ਸਖੀ, ਹੁਣ ਤਾਂ 5 ਬਰਸ ਬੀਤ ਗਏ ਹਨ, ਤੈਨੂੰ ਕੁਝ ਖਬਰ ਨਹੀਂ ਆਈ। ਉਹ ਜਿਉਂਦਾ ਹੈ ਕਿ ਮੋਇਆ, ਖਬਰੇ ਕੀ ਹੈ ਔਰ ਕੀ ਨਹੀਂ। ਹੁਣ ਤੂੰ ਕਿਸ ਲਈ ਦੁੱਖ ਪਾਉਂਦੀ ਹੈ ਔਰ ਬਿਨਾਂ ਸੋਚ ਤੂੰ ਇਸ ਆਪਣੇ ਜੋਬਨ ਦਾ ਨਾਸ ਕਰ ਰਹੀ ਹੈ। ਇਹ ਉਮਰ ਤਾਂ ਤੇਰੀ ਭੋਗ ਭੋਗਣ ਦੀ ਹੈ, ਕਿਉਂਕਿ ਬਾਲ ਔਰ ਬਿਰਧ ਅਵਸਥਾ ਵਿੱਚ ਤਾਂ ਸਰੀਰ ਵਿੱਚ ਭੋਗ ਭੋਗਣ ਦੀ ਸਾਮਰਥ ਨਹੀਂ ਹੁੰਦੀ। ਇਹ ਜਵਾਨੀ ਦੇ ਹੀ 4 ਦਿਨ ਮੌਜ ਦੇ ਹਨ ਜੋ ਤੂੰ ਨਿਸਫਲ ਗਵਾ ਰਹੀ ਹੈ। ਜੋ ਭੋਗਾਂ ਦਾ ਸੁੱਖ ਜਵਾਨੀ ਦੀ ਉਮਰ ਵਿੱਚ ਮਿਲ ਸਕਦਾ ਹੈ, ਹੋਰ ਕਿਸੇ ਉਮਰ ਵਿੱਚ ਨਹੀਂ ਮਿਲ ਸਕਦਾ। ਜੋ ਇਸ ਜਵਾਨ ਅਵਸਥਾ ਵਿੱਚ ਭੋਗ ਨਹੀਂ ਭੋਗਦਾ, ਉਹ ਬੁੱਢਾ ਹੋ ਕੇ ਅੰਤ ਨੂੰ ਹੱਥ ਮਲਦਾ ਹੈ ਕਿ ਓਹੋ, ਜਵਾਨੀ ਐਵੇਂ ਗਵਾ ਲਈ। ਪਰ ਫਿਰ ਪਛਤਾਏ ਕਿਆ ਬਣੇ ਜਬ ਚਿੜੀਆ ਚੁੱਗ ਗਈ ਖੇਤ। ਫਿਰ ਪਛਤਾਵਾ ਕੀਤਿਆਂ ਕੀ ਬਣ ਸਕਦਾ ਹੈ। ਹੇ ਸੁੰਦਰ ਅੰਗਾਂ ਵਾਲੀ, ਦੇਖ, ਕਾਮਦੇਵ ਤੇਰੇ ਅੰਗਾਂ ਨੂੰ ਸਾੜ ਰਿਹਾ ਹੈ ਔਰ ਇੱਕ ਬੜਾ ਸੁੰਦਰ ਰੂਪਵਾਨ ਐਸ਼ਵਰਜ ਵਾਲਾ ਰਾਜਾ ਤੇਰੀ ਇੱਛਾ ਵਾਸਤੇ ਸਾਹਮਣੇ ਖੜਾ ਹੈ ਔਰ ਇਹ ਬੜਾ ਧਨੀ ਵੀ ਹੈ ਔਰ ਸਦਾ ਤੇਰੇ ਨਾਲ ਪਿਆਰਪੂਰਵਕ ਰਿਹਾ ਕਰੇਗਾ। ਕਦੇ ਤੈਨੂੰ ਇਕੱਲੀ ਛੱਡ ਕੇ ਘਰੋਂ ਬਾਹਰ ਨਹੀਂ ਜਾਵੇਗਾ। ਸੋ ਜੋ ਤੂੰ ਇਸ ਦੇ ਨਾਲ ਮਿਲ ਕੇ ਸੁੰਦਰ ਭੋਗ ਭੋਗੇ ਤਾਂ ਇਸ ਤੋਂ ਚੰਗੀ ਕੋਈ ਹੋਰ ਗੱਲ ਨਹੀਂ ਹੈ। ਇਹ ਮੈਂ ਤੇਰੇ ਫਾਇਦੇ ਦੀ ਕਹੀ ਹੈ। ਅੱਗੇ ਤੂੰ ਜਾਣ ਕਿ ਕੀ ਕਰਨਾ ਹੈ। ਜੇ ਦੁੱਖਾਂ ਵਿੱਚ ਹੀ ਉਮਰ ਗੁਜ਼ਾਰਨੀ ਹੈ ਤਾਂ ਤੇਰੀ ਮਰਜ਼ੀ। ਉਸ ਕੁਟਣੀ ਦੀਆਂ ਗੱਲਾਂ ਸੁਣ ਕੇ ਸ਼ੁਕਲਾ ਆਖਣ ਲੱਗੀ, ਹੇ ਸਖੀ, ਤੂੰ ਬਿਨਾਂ ਬੁਲਾਏ ਆਪੇ ਪਈ ਬੜਬੜ ਕਰਦੀ ਹੈ। ਮੈਂ ਜਾਣਦੀ ਹਾਂ ਤੂੰ ਕੋਈ ਪਾਪਣ ਹੈ, ਕਿਉਂਕਿ ਜੇ ਤੈਨੂੰ ਕੁਝ ਵੀ ਵਿਚਾਰ ਜਾਂ ਧਰਮ ਦੀ ਖਬਰ ਹੁੰਦੀ ਤਾਂ ਕਦੇ ਵੀ ਇਸ ਤਰ੍ਹਾਂ ਦੀ ਬਕਵਾਸ ਨਾ ਕਰਦੀ। ਸ਼ਾਸਤਰ ਤੇ ਵੇਦ ਵਿੱਚ ਇਉਂ ਲਿਖਿਆ ਹੈ ਕਿ ਜੀਵ ਆਤਮਾ ਨਾ ਕਦੇ ਬੁੱਢਾ ਹੁੰਦਾ ਹੈ ਔਰ ਨਾ ਕਦੇ ਬਾਲਕ ਹੁੰਦਾ ਹੈ। ਬਾਲਕ, ਜਵਾਨੀ ਤੇ ਬਿਰਧ, ਇਹ ਤਿੰਨੇ ਅਵਸਥਾ ਸਥੂਲ ਸਰੀਰ ਦੀਆਂ ਹਨ। ਜਿਸ ਤਰ੍ਹਾਂ ਘਰ ਦਾ ਮਾਲਕ ਜਦ ਘਰ ਨੂੰ ਡਿੱਗਣ ਵੱਲ ਵੇਖਦਾ ਹੈ ਤਾਂ ਉਸ ਘਰ ਨੂੰ ਛੱਡ ਕੇ ਦੂਜੇ ਘਰ ਵਿੱਚ ਚਲਾ ਜਾਂਦਾ ਹੈ, ਇਸੇ ਤਰ੍ਹਾਂ ਜੀਵ ਆਤਮਾ ਵੀ ਜਿਸ ਵੇਲੇ ਇੱਕ ਸਰੀਰ ਨੂੰ ਜਰਜਰੀ ਹੋਈ ਦੇਖਦਾ ਹੈ ਤਾਂ ਉਸ ਨੂੰ ਛੱਡ ਕੇ ਦੂਜਾ ਸਰੀਰ ਧਾਰ ਲੈਂਦਾ ਹੈ। ਹੇ ਦੁਸ਼ਟ ਇਸਤਰੀ, ਜਿਸ ਤਰ੍ਹਾਂ ਇਹ ਸਰੀਰ ਨਾਸਵਾਨ ਹੈ ਤੇ ਬਾਲ ਅਵਸਥਾ ਵਿੱਚ ਕੇਵਲ ਭੋਜਨ ਆਦਿ ਦੀ ਹੀ ਇੱਛਾ ਕਰਦਾ ਹੈ, ਜਦੋਂ ਜਦੋਂ ਵੱਡਾ ਹੁੰਦਾ ਹੈ ਤਦੋਂ ਤਦੋਂ ਇਸ ਦੀ ਗਿਆਨ ਸ਼ਕਤੀ ਪਦਾਰਥਾਂ ਵਿੱਚ ਵੱਧਦੀ ਜਾਂਦੀ ਹੈ ਤੇ ਰਸਾਦਕਾਂ ਦੇ ਖਾਣ ਪੀਣ ਨਾਲ ਸਰੀਰ ਪੁਸ਼ਟ ਹੁੰਦਾ ਜਾਂਦਾ ਹੈ ਤੇ ਲਹੂ ਮਾਸ ਦੇ ਵਧਨ ਕਰਕੇ ਸਰੀਰ ਵੀ ਸੁੰਦਰ ਮਲੂਮ ਹੋਣ ਲੱਗ ਜਾਂਦਾ ਹੈ। ਇਸ ਤੋਂ ਬਿਨਾਂ ਹੋਰ ਕੋਈ ਵੀ ਸੁੰਦਰਤਾਈ ਇਸ ਵਿੱਚ ਨਹੀਂ ਹੈ। ਇਹ ਸਰੀਰ ਤਾਂ ਵਿਸ਼ਟਾ ਤੇ ਮੂਤ ਦਾ ਮਹਾ ਮੈਲਾ ਥੈਲਾ ਹੈ। ਫਿਰ ਸਰੀਰ ਜਲ ਦੇ ਬੁਲਬੁਲੇ ਵਾਂਗ ਖਿਣ ਭੰਗਰ ਹੈ। ਇਸ ਸਰੀਰ ਵਿੱਚ ਕਿਹੜੀ ਚੀਜ਼ ਚੰਗੀ ਹੈ ਜਿਸ ਦੀ ਤੂੰ ਵਡਿਆਈ ਕਰਦੀ ਹੈ? ਕੀ ਤੂੰ ਮਲ ਮੂਤਰ ਦੇ ਘਰ ਨੂੰ ਹੀ ਸੁੰਦਰ ਸਮਝਦੀ ਹੈ? ਹੇ ਮੂਰਖੇ, ਵੱਧ ਤੋਂ ਵੱਧ 50 ਸਾਲ ਤੱਕ ਇਸ ਸਰੀਰ ਦੇ ਅੰਗ ਲਹੂ ਮਾਸ ਪਾ ਕੇ ਰਹਿੰਦੇ ਹਨ। ਫਿਰ ਸਾਰੇ ਅੰਗ ਢਿੱਲੇ ਹੋ ਜਾਂਦੇ ਹਨ, ਵਾਲ ਵੀ ਸਫੇਦ ਹੋ ਜਾਂਦੇ ਹਨ ਤੇ ਨੇਤਰਾਂ ਦੀ ਦ੍ਰਿਸ਼ਟੀ ਵੀ ਘਟ ਜਾਂਦੀ ਹੈ। ਕੰਨ ਵੀ ਬੋਲੇ ਹੋ ਜਾਂਦੇ ਹਨ, ਦੰਦ ਟੁੱਟ ਜਾਂਦੇ ਹਨ, ਹੱਥਾਂ ਪੈਰਾਂ ਵਿੱਚੋਂ ਤਾਕਤ ਘਟ ਜਾਂਦੀ ਹੈ, ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ। ਤਾਂ ਹੀ ਇਸ ਨੂੰ ਬੁਢੇਪਾ ਆਖਦੇ ਹਨ। ਸੋ ਜਿਸ ਤਰ੍ਹਾਂ ਪੁਰਾਣਾ ਬ੍ਰਿਛ ਨਾਸ ਹੁੰਦਾ ਹੈ, ਉਸੇ ਤਰ੍ਹਾਂ ਇਹ ਸਰੀਰ ਵੀ ਨਾਸ ਹੋ ਜਾਂਦਾ ਹੈ। ਹੇ ਦੁਸ਼ਟੇ, ਅਜਿਹੇ ਨਿੰਦਤ ਸਰੀਰ ਦੀ ਵਡਿਆਈ ਕਰਕੇ ਮੇਰੇ ਸਾਹਮਣੇ ਤੂੰ ਪਾਪ ਕਰ ਰਹੀ ਹੈ। ਫਿਰ ਜਿਸ ਪੁਰਖ ਦੀ ਤੂੰ ਵਡਿਆਈ ਕਰਦੀ ਹੈ ਉਸ ਵਿੱਚ ਕੀ ਵਾਧਾ ਹੈ? ਜਿਸ ਹੱਡ ਚੰਮ ਦੇ ਮੇਰੇ ਅੰਗ ਹਨ, ਉਸੇ ਹੱਡ ਚੰਮ ਦਾ ਤੇਰਾ ਸਰੀਰ ਹੈ ਤੇ ਉਹੋ ਜਿਹੇ ਆਦਮੀ ਦੇ ਅੰਗ ਹਨ। ਇਸ ਲਈ ਕਿਸੇ ਦੇ ਵੀ ਸਰੀਰ ਵਿੱਚ
ਕੁਝ ਵੀ ਵਾਧਾ ਨਹੀਂ ਦਿਸਦਾ, ਔਰ ਜਿਸ ਤਰ੍ਹਾਂ ਵੱਡੇ ਵੱਡੇ ਬਿਰਖ ਤੇ ਪਰਬਤ ਵੀ ਕਾਲ ਪਾ ਕੇ ਡਿੱਗ ਜਾਂਦੇ ਹਨ, ਉਸੇ ਤਰ੍ਹਾਂ ਸਰੀਰ ਵੀ ਸਮਾਂ ਪਾ ਕੇ ਨਸ਼ਟ ਹੋ ਜਾਂਦੇ ਹਨ। ਫਿਰ ਜਿਹੜਾ ਸੌਣਪਨ ਪ੍ਰਾਣੀਆਂ ਵਿੱਚ ਪ੍ਰਤੀਤ ਹੁੰਦਾ ਹੈ, ਇਹ ਵੀ ਆਤਮਾ ਕਰਕੇ ਹੀ ਹੈ। ਜਦ ਆਤਮਾ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤਾਂ ਸਭ ਕੁਰੂਪ ਹੋ ਜਾਂਦੇ ਹਨ। ਸੋ ਇਸ ਲਈ ਸਰੀਰ ਦਾ ਕੋਈ ਵੀ ਰੂਪ ਨਹੀਂ ਹੈ। ਫਿਰ ਦੇਖੋ, ਆਤਮਾ ਦੀ ਸੱਤਾ ਨਾਲ ਹੀ ਸਾਰੇ ਵਿਵਹਾਰ ਸਰੀਰ ਕਰਦਾ ਹੈ, ਬਿਨਾਂ ਆਤਮਾ ਦੇ ਕੁਝ ਨਹੀਂ ਕਰਦਾ, ਕਿਉਂਕਿ ਸੰਪੂਰਨ ਪ੍ਰਾਣੀਆਂ ਦੀਆਂ ਦੇਹਾਂ ਜੜ ਅਤੇ ਅਨਿਤ ਹਨ, ਪਰ ਆਤਮਾ ਚੇਤਨ ਤੇ ਨਿਤਿਆ ਹੈ। ਹੇ ਮੂਰਖੇ, ਜਿਸ ਵਾਸਤੇ ਤੂੰ ਆਈ ਹੈ ਉਸ ਨੂੰ ਜਾ ਕੇ ਕਹੋ, ਜੇ ਉਹ ਮੇਰੇ ਨਾਲ ਭੋਗ ਕਰਨਾ ਚਾਹੁੰਦਾ ਹੈ ਤਾਂ ਆਪਣੇ ਸਰੀਰ ਵਿੱਚੋਂ ਮੇਰੇ ਸਰੀਰ ਨਾਲੋਂ ਕੁਝ ਵਿਲੱਖਣਤਾ ਦਿਖਾਵੇ। ਹੇ ਮੂਰਖੇ, ਜੋ ਪ੍ਰਾਣੀ ਅਗਿਆਨੀ ਹੈ ਉਹ ਹੀ ਇਸ ਅਪਵਿੱਤਰ ਸਰੀਰ ਵਿੱਚ ਚੰਗੀ ਦ੍ਰਿਸ਼ਟੀ ਕਰਦੇ ਹਨ, ਔਰ ਜੋ ਗਿਆਨਵਾਨ ਹਨ ਉਹ ਕਦੇ ਵੀ ਐਸਾ ਖਿਆਲ ਨਹੀਂ ਕਰਦੇ। ਮੈਨੂੰ ਮਾਲੂਮ ਹੁੰਦਾ ਹੈ ਜਿਸ ਨੇ ਤੈਨੂੰ ਮੇਰੇ ਪਾਸ ਭੇਜਿਆ ਹੈ ਉਹ ਕੋਈ ਬੜਾ ਹੀ ਮੂਰਖ ਹੈ, ਕਿਉਂਕਿ ਉਹ ਜੋ ਗਿਆਨਵਾਨ ਹੈ ਉਹ ਅਪਵਿੱਤਰ ਸਰੀਰ ਵਿੱਚ ਪਵਿੱਤਰ ਬੁੱਧੀ ਨੂੰ ਧਾਰਨ ਕਰਦਾ ਹੈ। ਸ਼ੁਕਲਾ ਦੀਆਂ ਇਸ ਤਰ੍ਹਾਂ ਦੀਆਂ ਧਰਮ ਸੰਬੰਧੀ ਗੱਲਾਂ ਸੁਣ ਕੇ ਉਹ ਕੁੱਟਣੀ ਇੰਦਰ ਦੇ ਪਾਸ ਵਾਪਸ ਚਲੀ ਗਈ ਤੇ ਜਾ ਕੇ ਸਾਰਾ ਹਾਲ ਉਸਨੇ ਇੰਦਰ ਨੂੰ ਸੁਣਾਤਾ। ਇੰਦਰ ਨੇ ਸੁਣ ਕੇ ਕਿਹਾ, ਇਸਤਰੀ ਹੋ ਕੇ ਐਸੀ ਧੀਰਜਤਾ ਔਰ ਐਸਾ ਹੌਸਲਾ ਔਰ ਐਸਾ ਗਿਆਨ ਹੋਣਾ ਮੁਸ਼ਕਿਲ ਹੈ, ਔਰ ਉਸ ਦੀਆਂ ਗੱਲਾਂ ਤੋਂ ਐਸਾ ਮਾਲੂਮ ਹੁੰਦਾ ਹੈ ਕਿ ਉਹ ਸਤਵੰਤੀ ਸ਼ੁੱਧ ਚਿੱਤ ਵਾਲੀ ਹੈ। ਫਿਰ ਇੰਦਰ ਨੇ ਕਾਮਦੇਵ ਨੂੰ ਬੁਲਾ ਕੇ ਕਿਹਾ ਕਿ ਉਸ ਪਤੀਵ੍ਰਤਾ ਸ਼ੁਕਲਾ ਦੇ ਦਰਸ਼ਨ ਨੂੰ ਅਸੀਂ ਚੱਲਾਂਗੇ, ਤੁਸੀਂ ਵੀ ਸਾਡੇ ਨਾਲ ਚੱਲੋ। ਇੰਦਰ ਦੀ ਵਾਰਤਾ ਸੁਣ ਕੇ ਕਾਮਦੇਵ ਨੇ ਕਿਹਾ, ਹੇ ਦੇਵ, ਮੈਂ ਤੁਹਾਡੇ ਨਾਲ ਚੱਲਾਂਗਾ ਔਰ ਉਸ ਦੀ ਧੀਰਜ ਤੇ ਹੌਸਲਾ ਪਰਖਾਂਗਾ, ਔਰ ਇੱਕ ਪਲ ਵਿੱਚ ਉਸ ਦਾ ਸੱਤ ਭੰਗ ਕਰ ਦਿਆਂਗਾ। ਇੰਦਰ ਨੇ ਕਿਹਾ ਕਿ ਹੇ ਕਾਮਦੇਵ, ਮੈਂ ਤੇ ਤੂੰ ਦੋਵੇਂ ਹੀ ਉਸ ਸਤਵੰਤੀ ਦੇ ਜਿੱਤਣ ਨੂੰ ਸਮਰੱਥ ਨਹੀਂ ਹੋ ਸਕਾਂਗੇ, ਤੂੰ ਐਵੇਂ ਨਿਕੰਮਾ ਬੋਲ ਰਿਹਾ ਹੈ। ਕਾਮਦੇਵ ਨੇ ਕਿਹਾ, ਅਸੀਂ ਬੜੇ ਬੜੇ ਦੇਵਤਿਆਂ ਤੇ ਰਿਖਿਆਂ ਨੂੰ ਜਿੱਤ ਲਿਆ ਹੈ, ਤਾਂ ਇਹ ਵਿਚਾਰੀ ਇਸਤਰੀ ਕਿਸ ਦੀ ਪਾਣੀਹਾਰ ਹੈ। ਜਿਸ ਤਰ੍ਹਾਂ ਅਗਨੀ ਘਿਓ ਤੇ ਸੋਨੇ ਨੂੰ ਪੰਘਾਰ ਦਿੰਦੀ ਹੈ, ਉਸੇ ਤਰ੍ਹਾਂ ਅਸੀਂ ਇਸ ਇਸਤਰੀ ਨੂੰ ਢਾਲ ਲਵਾਂਗੇ। ਤਦ ਇੰਦਰ ਨੇ ਕਿਹਾ, ਚੱਲ ਬਈ, ਤੇਰੀ ਬਹਾਦਰੀ ਵੀ ਵੇਖ ਲੈਂਦੇ ਹਾਂ। ਇਹ ਕਹਿ ਕੇ ਇੰਦਰ ਤੇ ਕਾਮਦੇਵ ਤੇ ਕੁੱਟਣੀ ਤਿੰਨੇ ਹੀ ਸ਼ੁਕਲਾ ਦੇ ਵੱਲ ਤੁਰ ਪਏ ਤੇ ਉਸ ਜਗ੍ਹਾ ਜਾ ਪਹੁੰਚੇ ਜਿੱਥੇ ਸ਼ੁਕਲਾ ਆਪਣੇ ਪਤੀ ਦੇ ਚਰਨਾਂ ਦਾ ਧਿਆਨ ਕਰ ਰਹੀ ਸੀ। ਇੰਦਰ ਤੇ ਕਾਮਦੇਵ ਨੂੰ ਸੁੰਦਰ ਰੂਪ ਧਾਰੇ ਹੋਏ ਦੇਖ ਕੇ ਸ਼ੁਕਲਾ ਜਾਣ ਗਈ ਕਿ ਇਸ ਪੁਰਖ ਨੇ ਹੀ ਇਸ ਦੂਤੀ ਨੂੰ ਮੇਰੇ ਪਾਸ ਭੇਜਿਆ ਸੀ। ਫਿਰ ਸ਼ੁਕਲਾ ਨੇ ਮਨ ਵਿੱਚ ਵਿਚਾਰ ਕੀਤਾ ਕਿ ਮੇਰੇ ਸਰੀਰ ਵਿੱਚੋਂ ਤਾਂ ਪਤੀ ਦੇ ਵਿਜੋਗ ਨਾਲ ਕਾਮਦੇਵ ਨਸ਼ਟ ਹੋ ਗਿਆ ਹੋਇਆ ਹੈ, ਇਸ ਵਾਸਤੇ ਮੇਰਾ ਸਰੀਰ ਮੁਰਦੇ ਦੀ ਨਿਆਈ ਹੋ ਰਿਹਾ ਹੈ, ਤਾਂ ਮੇਰਾ ਕਾਮਦੇਵ ਕੀ ਕਰ ਸਕਦਾ ਹੈ। ਇੱਧਰ ਇੰਦਰ ਨੇ ਕਾਮਦੇਵ ਨੂੰ ਕਿਹਾ, ਹੇ ਕਾਮਦੇਵ, ਤੇਰੀ ਸਮਰੱਥਾ ਇਸ ਨੂੰ ਵਸ ਕਰਨ ਦੀ ਨਹੀਂ ਹੈ, ਕਿਉਂਕਿ ਸ਼ੁਕਲਾ ਧਰਮ ਰੂਪੀ ਧਨੁੱਖ ਵਿੱਚ ਗਿਆਨ ਰੂਪੀ ਬਾਣ ਨੂੰ ਲਾ ਕੇ ਦ੍ਰਿੜ ਬੈਠੀ ਹੋਈ ਹੈ। ਤਦ ਫਿਰ ਕਿਸ ਦੀ ਸਮਰੱਥਾ ਹੈ ਜੋ ਇਸ ਦਾ ਸਾਹਮਣਾ ਕਰੇ। ਹੇ ਕਾਮਦੇਵ, ਇਹ ਪਤੀਵ੍ਰਤਾ ਆਪਣੇ ਪਤੀਵ੍ਰਤ ਰੂਪੀ ਤੇਜ ਨਾਲ ਸਾਰਿਆਂ ਨੂੰ ਸਾੜ ਰਹੀ ਹੈ ਔਰ ਤੈਨੂੰ ਵੀ ਸਾੜ ਦੇਵੇਗੀ। ਹੇ ਕਾਮਦੇਵ, ਤੂੰ ਇਸ ਨੂੰ ਕਿਸੇ ਪ੍ਰਕਾਰ ਵੀ ਜਿੱਤ ਨਹੀਂ ਸਕੇਗਾ। ਇਸ ਮਹਾਤਮਾ ਨਾਲ ਵੈਰ ਕਰਨ ਕਰਕੇ ਸਾਡਾ ਤੇ ਤੁਹਾਡਾ ਦੋਹਾਂ ਦਾ ਅਪਜਸ ਹੀ ਹੋਵੇਗਾ। ਜੇਕਰ ਇਹ ਕ੍ਰੋਧ ਕਰਕੇ ਸ਼ਰਾਪ ਦੇਵੇਗੀ ਤਾਂ ਅਸੀਂ ਤੁਸੀਂ ਦੋਵੇਂ ਹੀ ਭਸਮ ਹੋ ਜਾਵਾਂਗੇ। ਇਸ ਤੋਂ ਇਹ ਚੰਗਾ ਹੈ ਕਿ ਅਸੀਂ ਇੱਥੋਂ ਨੱਠ ਚੱਲੀਏ, ਕਿਉਂਕਿ ਪਤੀਵ੍ਰਤਾ ਨਾਲ ਛਲ ਕਰਨ ਦਾ ਫਲ ਅੱਗੇ ਸਾਨੂੰ ਇੱਕ ਵਾਰੀ ਮਿਲ ਚੁੱਕਾ ਹੈ। ਤੂੰ ਵੀ ਉਸ ਨੂੰ ਜਾਣਦਾ ਹੀ ਹੈ, ਔਰ ਪਤੀਵ੍ਰਤਾ ਦੇ ਤੇਜ ਨੂੰ ਬ੍ਰਹਮਾ ਵਿਸ਼ਨੂੰ ਆਦਿਕ ਵੀ ਦੂਰ ਨਹੀਂ ਕਰ ਸਕਦੇ। ਦੇਖੋ, ਪਤੀਵ੍ਰਤਾ ਦੇ ਸ਼ਰਾਪ ਨਾਲ ਸੂਰਜ ਨੂੰ ਕੋੜ ਹੋ ਗਿਆ, ਕਿਉਂਕਿ ਸੂਰਜ ਨੇ ਅਨਸੂਆ ਦੇ ਪਤੀ ਅਤਰੀ ਦਾ ਅਪਰਾਧ ਕੀਤਾ ਸੀ ਤੇ ਆਪ ਨੇ ਭਰਤਾ ਦੀ ਵੱਲ ਹੋ ਕੇ ਅਨਸੂਆ ਨੇ ਸੂਰਜ ਦੇ ਤੇਜ ਨੂੰ ਦੂਰ ਕਰ ਦਿੱਤਾ ਸੀ। ਫਿਰ ਕੌਡਣੀ ਨਾਮ ਇਸਤਰੀ ਨੇ ਆਪਣੇ ਪਤੀ ਮਾਂਡਵ ਦੀ ਮੌਤ ਨੂੰ ਜਾਣ ਕੇ ਮੌਤ ਨੂੰ ਸ਼ਰਾਪ ਦੇ ਦਿੱਤਾ ਸੀ। ਸੋ ਹੇ ਕਾਮ, ਇਸ ਤਰ੍ਹਾਂ ਕੋਈ ਅੱਗ ਦੀ ਲਾਟ ਨੂੰ ਹੱਥ ਵਿੱਚ ਨਹੀਂ ਪਕੜ ਸਕਦਾ, ਔਰ ਜਿਸ ਤਰ੍ਹਾਂ ਕੋਈ ਸਮੁੰਦਰ ਨੂੰ ਹੱਥਾਂ ਨਾਲ ਧਰ ਨਹੀਂ ਸਕਦਾ ਹੈ, ਉਸੇ ਤਰ੍ਹਾਂ ਪਤੀਵ੍ਰਤਾ ਨੂੰ ਵੀ ਕੋਈ ਜਿੱਤ ਨਹੀਂ ਸਕਦਾ।
ਕਾਮ ਨੇ ਕਿਹਾ, ਹੇ ਇੰਦਰ, ਜਿਸ ਅਵਲਾ ਦੀ ਤੁਸੀਂ ਇਤਨੀ ਵਡਿਆਈ ਕਰਦੇ ਹੋ, ਮੈਂ ਹੁਣੇ ਹੀ ਇਸ ਦਾ ਸਾਰਾ ਬਲ ਦੂਰ ਕਰ ਦਿਆਂਗਾ, ਤੁਸੀਂ ਜਰਾ ਵੀ ਨਾ ਡਰੋ। ਇਹ ਕਹਿ ਕੇ ਕਾਮ ਨੇ ਆਪਣੀ ਇਸਤਰੀ ਰਤੀ ਤੇ ਕੀੜਾ ਨੂੰ ਕਿਹਾ ਕਿ ਤੁਸੀਂ ਜਾ ਕੇ ਸ਼ੁਕਲਾ ਪਤੀਵ੍ਰਤਾ ਨੂੰ ਮੋਹਨ ਕਰੋ। ਇਹ ਕਹਿ ਕੇ ਇੰਦਰ ਤੇ ਕਾਮਦੇਵ ਦੋਵੇਂ ਪੱਕਾ ਸੰਕਲਪ ਕਰਕੇ ਸ਼ੁਕਲਾ ਦੇ ਜਿੱਤਣ ਵਾਸਤੇ ਫਿਰ ਤੁਰ ਪਏ। ਤਦ ਸ਼ੁਕਲਾ ਨੇ ਇੰਦਰ ਨੂੰ ਆਉਂਦਿਆਂ ਵੇਖ ਕੇ ਧਰਮ ਨੂੰ ਕਿਹਾ ਕਿ ਹੇ ਧਰਮ, ਜਿੱਥੇ ਤੂੰ ਰਹਿੰਦਾ ਹੈ ਉੱਥੇ ਸਾਰੇ ਦੈਵੀ ਸੰਪਦਾ ਦੇ ਗੁਣ ਵੀ ਨਿਵਾਸ ਕਰਦੇ ਹਨ। ਭਾਵੇਂ ਇਹ ਕਾਮ ਬੜਾ ਦੁਰਾਤਮਾ ਹੈ, ਤਦ ਵੀ ਜੋ ਪੁਰਖ ਆਪਣੇ ਧਰਮ ਤੇ ਸਥਿਤ ਹੈ ਉਸ ਨੂੰ ਇਹ ਕਾਮ ਕੁਝ ਨਹੀਂ ਕਰ ਸਕਦਾ। ਔਰ ਇਹ ਮਹਾਬਲੀ ਇੰਦਰ ਕਾਮ ਦੇ ਪਿੱਛੇ ਪਿੱਛੇ ਚੱਲਿਆ ਆਉਂਦਾ ਹੈ। ਪਹਿਲਾਂ ਵੀ ਕਾਮ ਦੇ ਸੰਗ ਕਰਕੇ ਇੰਦਰ ਦੀ ਬਥੇਰੀ ਦੁਰਦਸ਼ਾ ਹੋ ਚੁੱਕੀ ਹੈ, ਤਦ ਵੀ ਇਹ ਮੂਰਖ ਇਸ ਦਾ ਸੰਗ ਨਹੀਂ ਤਿਆਗਦਾ। ਇੱਧਰ ਤਾਂ ਸ਼ੁਕਲਾ ਇਸ ਪ੍ਰਕਾਰ ਦੀਆਂ ਵਿਚਾਰਾਂ ਮਨ ਵਿੱਚ ਕਰ ਰਹੀ ਸੀ, ਔਰ ਉਧਰ ਦੂਜੇ ਪਾਸੇ ਉੱਡਕਲ ਦੀ ਪ੍ਰਿਆ ਮੈਨਾ ਨੇ ਵਿਚਾਰਿਆ ਕਿ ਸ਼ੁਕਲਾ ਨੂੰ ਜਾ ਕੇ ਖਬਰ ਕਰਾਂ ਕਿ ਤੇਰਾ ਪਤੀ ਤੀਰਥ ਯਾਤਰਾ ਤੋਂ ਘਰ ਮੁੜ ਆਇਆ ਹੈ। ਔਰ ਉਸ ਦੀ ਸਖੀ ਪ੍ਰਗਿਆ ਨੇ ਕਿਹਾ, ਮੈਂ ਜਾ ਕੇ ਸ਼ੁਕਲਾ ਨੂੰ ਖਬਰ ਕਰਦੀ ਹਾਂ। ਤਦ ਪ੍ਰਗਿਆ ਜੋਸ਼ੀ ਦਾ ਰੂਪ ਬਣਾ ਕੇ ਸ਼ੁਕਲਾ ਦੇ ਪਾਸ ਆਈ। ਅੱਗੋਂ ਸ਼ੁਕਲਾ ਨੇ ਉਸ ਦਾ ਬੜਾ ਆਦਰ ਕੀਤਾ, ਔਰ ਸ਼ੁਕਲਾ ਨੇ ਉਸ ਨੂੰ ਪੁੱਛਿਆ ਕੁਝ ਨਾ। ਓੜਕ ਪ੍ਰਗਿਆ ਨੇ ਆਪੇ ਹੀ ਸ਼ੁਕਲਾ ਨੂੰ ਕਿਹਾ, ਹੇ ਸਖੀ, ਤੇਰਾ ਪਤੀ 3-4 ਦਿਨ ਤੱਕ ਮੇਰੇ ਪਾਸ ਆ ਜਾਏਗਾ, ਹੁਣ ਤੂੰ ਕੋਈ ਵੀ ਚਿੰਤਾ ਨਾ ਕਰ। ਇੰਨੀ ਗੱਲ ਕਹਿਣ ਤੇ ਵੀ ਜਦ ਸ਼ੁਕਲਾ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ, ਤਦ ਪ੍ਰਗਿਆ ਆਪਣੇ ਸਥਾਨ ਨੂੰ ਚਲੀ ਗਈ ਤੇ ਉੱਥੇ ਜਾ ਕੇ ਫਿਰ ਆਪ ਇੱਕ ਪਤੀਵ੍ਰਤਾ ਦਾ ਰੂਪ ਧਾਰ ਕੇ ਸ਼ੁਕਲਾ ਦੇ ਪਾਸ ਆਈ। ਤਦ ਸ਼ੁਕਲਾ ਨੇ ਉਸ ਦਾ ਬੜਾ ਆਦਰ ਸਨਮਾਨ ਕੀਤਾ ਔਰ ਸੁਖ ਆਨੰਦ ਪੁੱਛਿਆ। ਤਾਂ ਇਸ ਕਪਟੀ ਪਤੀਵ੍ਰਤਾ ਨੇ ਕਿਹਾ, ਹੋਰ ਤਾਂ ਸਭ ਆਨੰਦ ਹੈ, ਪਰ ਅੱਜ ਕੱਲ੍ਹ ਮੇਰੇ ਸਵਾਮੀ ਕਿਤੇ ਵਿਦੇਸ਼ ਨੂੰ ਚਲੇ ਗਏ ਹਨ, ਔਰ ਜਿਸ ਦਿਨ ਉਹਨਾਂ ਨੇ ਜਾਣਾ ਸੀ ਉਸੇ ਦਿਨ ਮੈਂ ਰਿਤੂ ਇਸ਼ਨਾਨ ਕੀਤਾ ਸੀ, ਪਰ ਉਹ ਇਸ ਦੋਸ਼ ਨੂੰ ਵੀ ਨਾ ਵਿਚਾਰ ਕੇ ਚਲੇ ਹੀ ਗਏ। ਸ਼ੁਕਲਾ ਨੇ ਕਿਹਾ, ਤੈਨੂੰ ਘਰ ਵਿੱਚ ਇਕੱਲੀ ਛੱਡ ਕੇ ਉਹ ਕਿਉਂ ਚਲੇ ਗਏ? ਪ੍ਰਗਿਆ ਨੇ ਕਿਹਾ, ਮੈਂ ਇਸ ਦਾ ਕੋਈ ਕਾਰਨ ਨਹੀਂ ਜਾਣਦੀ ਜੋ ਮੈਨੂੰ ਇਕੱਲੀ ਛੱਡ ਗਏ। ਜੋ ਕੁਝ ਉਹ ਚਾਹੁੰਦੇ ਸੀ ਸੋ ਮੈਂ ਕੀਤਾ ਕਰਦੀ ਸੀ, ਔਰ ਹਮੇਸ਼ਾ ਮੈਂ ਉਹਨਾਂ ਦੀ ਆਗਿਆ ਪੂਰੀ ਕਰਦੀ ਰਹੀ ਹਾਂ। ਉਹਨਾਂ ਦਾ ਜੋ ਵਿਦੇਸ਼ ਨੂੰ ਚਲੇ ਜਾਣਾ ਹੈ ਸੋ ਇਹ ਮੇਰੇ ਕੋਈ ਪੂਰਬਲੇ ਪਾਪਾਂ ਦਾ ਫਲ ਹੈ। ਇਸ ਪ੍ਰਕਾਰ ਜੋ ਕੁਝ ਪ੍ਰਗਿਆ ਨੇ ਕਿਹਾ ਸ਼ੁਕਲਾ ਨੇ ਉਸ ਨੂੰ ਸੱਚ ਮੰਨ ਲਿਆ, ਔਰ ਤਿਸ ਦੇ ਕਪਟ ਨੂੰ ਸ਼ੁਕਲਾ ਨੇ ਨਾ ਜਾਣਿਆ। ਔਰ ਇੰਦਰ ਦੇ ਵੱਲੋਂ ਜੋ ਜੋ ਕਸ਼ਟ ਸ਼ੁਕਲਾ ਨੂੰ ਮਿਲੇ ਸੇ ਉਹ ਸਾਰੇ ਹੀ ਪ੍ਰਗਿਆ ਨੂੰ ਕਹਿ ਸੁਣਾਏ। ਗੱਲ ਕੀ ਸੀ, ਪ੍ਰਗਿਆ ਵੀ ਪਤੀਵ੍ਰਤਾ ਦਾ ਭੇਸ ਬਣਾ ਕੇ ਸ਼ੁਕਲਾ ਦੇ ਪਾਸ ਹੀ ਰਹਿਣ ਲੱਗ ਪਈ। ਇੱਕ ਦਿਨ ਸਮਾਂ ਵਿਚਾਰ ਕੇ ਪ੍ਰਗਿਆ ਨੇ ਕਿਹਾ, ਹੇ ਸਖੀ, ਇੱਥੋਂ ਨੇੜੇ ਹੀ ਇੱਕ ਸੁੰਦਰ ਬਨ ਹੈ। ਉਸ ਬਨ ਵਿੱਚ ਇੱਕ ਵੱਡਾ ਭਾਰਾ ਤੀਰਥ ਹੈ। ਤਿਸ ਵਿੱਚ ਇਸ਼ਨਾਨ ਕਰਨ ਨਾਲ ਬ੍ਰਹਮ ਹੱਤਿਆ ਆਦਿਕ ਪਾਪ ਵੀ ਦੂਰ ਹੋ ਜਾਂਦੇ ਹਨ। ਹੁਣ ਜਦੋਂ ਕੋਈ ਪੁਰਬ ਹੋਵੇਗਾ ਮੈਂ ਤੈਨੂੰ ਉੱਥੇ ਲੈ ਚੱਲਾਂਗੀ। ਸ਼ੁਕਲਾ ਨੇ ਤਿਸ ਦੇ ਕਪਟ ਨੂੰ ਨਾ ਜਾਣਿਆ, ਔਰ ਜਦ ਪੁਰਬ ਦਾ ਦਿਨ ਆਇਆ ਤਾਂ ਉਸ ਦੇ ਨਾਲ ਚਲੀ ਗਈ। ਉਹ ਬਨ ਬਹੁਤ ਉਮਦਾ ਸੁਗੰਧਿਤ ਹੋ ਰਿਹਾ ਸੀ, ਔਰ ਕਈ ਪ੍ਰਕਾਰ ਦੇ ਫੁੱਲ ਖਿੜ ਰਹੇ ਸਨ। ਪਾਣੀ ਦੇ ਠੰਡੇ ਠੰਡੇ ਝਰਨੇ ਵਗ ਰਹੇ ਸਨ, ਤੇ ਬਿਰਖਾਂ ਨਾਲ ਬੜੇ ਸੁੰਦਰ ਮਿੱਠੇ ਫਲ ਲਟਕ ਰਹੇ ਸਨ। ਉਹ ਬਨ ਇੰਦਰ ਦੇ ਬਨ ਵਰਗਾ ਸੀ, ਔਰ ਕਾਮਦੇਵ ਨੇ ਸ਼ੁਕਲਾ ਦੇ ਛਲਣ ਵਾਸਤੇ ਰਚਿਆ ਸੀ। ਉੱਥੇ ਜਾ ਕੇ ਸ਼ੁਕਲਾ ਦੀ ਅੱਖ ਬਚਾ ਕੇ ਕਾਮਦੇਵ ਨੂੰ ਕਿਹਾ, ਮੈਂ ਆਪਣਾ ਕੰਮ ਕਰ ਚੁੱਕੀ ਹਾਂ, ਅਰਥਾਤ ਸ਼ੁਕਲਾ ਇੱਥੇ ਲਿਆਈ ਹਾਂ। ਹੁਣ ਤੂੰ ਆਪਣਾ ਕੰਮ ਅਰਥਾਤ ਮੋਹਨ ਔਰ ਵਸੀ ਕਰਨਾ ਜੋ ਤੇਰਾ ਕੰਮ ਹੈ ਸੋ ਤੂੰ ਕਰ। ਇੰਦਰ ਨੇ ਵੀ ਕਾਮਦੇਵ ਨੂੰ ਕਿਹਾ, ਦੇਖੋ ਸ਼ੁਕਲਾ ਬਨ ਵਿੱਚ ਫਿਰ ਰਹੀ ਹੈ, ਹੁਣ ਤੂੰ ਇਸ ਨੂੰ ਮੇਰੇ ਵਸ ਵਿੱਚ ਕਰ ਦੇ। ਕਾਮ ਨੇ ਕਿਹਾ, ਪਹਿਲੇ ਤੁਸੀਂ ਆਪਣਾ ਸੁੰਦਰ ਰੂਪ ਇਸ ਨੂੰ ਦਿਖਾਓ, ਫਿਰ ਮੈਂ ਆਪਣੇ ਬਾਣ ਇਸ ਨੂੰ ਮਾਰਾਂਗਾ। ਤਦ ਇੰਦਰ ਨੇ ਕਿਹਾ, ਹੇ ਮੂਰਖ, ਤੇਰਾ ਉਹ ਬਲ ਕਿੱਥੇ ਹੈ ਜੋ ਤੂੰ ਕਹਿੰਦਾ ਸੈਂ ਕਿ ਮੈਂ ਤਿੰਨਾਂ ਲੋਕਾਂ ਨੂੰ ਜਿੱਤ ਲਿਆ ਹੈ? ਇਹ ਅਬਲਾ ਕਿਸ ਗਿਣਤੀ ਵਿੱਚ ਹੈ? ਹੁਣ ਤੂੰ ਮੇਰੇ ਬਲ ਨਾਲ ਇਸ ਨੂੰ ਵਸ ਕੀਤਾ ਚਾਹੁੰਦਾ ਹੈ। ਤੂੰ ਆਪਣਾ ਰੂਪ ਪਹਿਲੇ ਇਸ ਨੂੰ ਕਿਉਂ ਨਹੀਂ ਦਿਖਾਉਂਦਾ? ਕਾਮ ਨੇ ਕਿਹਾ, ਮੈਂ ਤਾਂ ਅੰਗ ਤੋਂ ਹੀਨ ਅਨੰਗ ਹਾਂ, ਸੋ ਪਹਿਲੇ ਤੁਸੀਂ ਆਪਣਾ ਰੂਪ ਦਿਖਾਓ, ਫਿਰ ਮੈਂ ਇਸ ਦੇ ਅੰਗਾਂ ਵਿੱਚ ਪ੍ਰਵੇਸ਼ ਕਰਕੇ ਇਸ ਨੂੰ ਦੁਖੀ ਕਰਾਂਗਾ। ਇੱਧਰ ਕਾਮਦੇਵ ਤੇ ਇੰਦਰ ਤਾਂ ਇਹ ਗੱਲਾਂ ਕਰ ਰਹੇ ਸਨ। ਉਧਰ ਸ਼ੁਕਲਾ ਨੇ ਇੰਦਰ ਦੀ ਭੇਜੀ ਹੋਈ ਪ੍ਰਗਿਆ ਨੂੰ ਪੁੱਛਿਆ, ਹੇ ਸਖੀ, ਇਹ ਬਾਗ ਕਾਮਦੇਵ ਦਾ ਬਣਾਇਆ ਹੋਇਆ ਹੈ?
ਸ਼ੁਕਲਾ ਤਿਸ ਬਾਗ ਵਿੱਚ ਇੱਧਰ ਉੱਧਰ ਫਿਰਦੀ ਤਾਂ ਰਹੀ, ਪਰ ਕਿਸੇ ਫਲ ਦੀ ਵਾਸ਼ਨਾ ਉਸਨੇ ਨਾ ਲਈ। ਜਦ ਸ਼ੁਕਲਾ ਨੇ ਕਿਸੇ ਫਲ ਫੁੱਲ ਨੂੰ ਨਾ ਛੋਹਿਆ, ਤਦ ਉਹਨਾਂ ਬ੍ਰਿਛਾਂ ਦੇ ਸਭ ਪੱਤੇ ਤੇ ਫਲ ਫੁੱਲ ਲੱਜਿਤ ਹੋ ਕੇ ਡਿੱਗ ਪਏ। ਇੰਨੇ ਚਿਰ ਵਿੱਚ ਰਤੀ ਨੇ ਆ ਕੇ ਸ਼ੁਕਲਾ ਨੂੰ ਕਿਹਾ, ਤੇਰੀ ਜੈ ਹੋਵੇ, ਤੂੰ ਰਾਜੀ ਤਾਂ ਹੈ? ਦੇਖ, ਇਸ ਵਨ ਵਿੱਚ ਇਕਾਂਤ ਸਥਾਨ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਬਿਰਾਜਮਾਨ ਹੈ, ਤੂੰ ਚੱਲ ਕੇ ਉਸ ਨਾਲ ਹਾਸ ਵਿਲਾਸ ਕਰ। ਜਦ ਰਤੀ ਨੇ ਇਸ ਪ੍ਰਕਾਰ ਕਿਹਾ, ਤਦ ਸ਼ੁਕਲਾ ਨੇ ਉੱਤਰ ਦਿੱਤਾ ਕਿ ਲਾਨਤ ਹੈ ਤੈਨੂੰ ਔਰ ਤੇਰੇ ਭੇਜਣ ਵਾਲੇ ਨੂੰ ਵੀ। ਇਤਨੇ ਚਿਰ ਵਿੱਚ ਇੰਦਰ ਵੀ ਸੁੰਦਰ ਰੂਪ ਬਣਾ ਕੇ ਸਾਹਮਣੇ ਆ ਗਿਆ, ਤੇ ਇੰਦਰ ਦੇ ਨਾਲ ਜਿਹੜੀ ਦੂਤੀ ਸੀ ਉਸਨੇ ਵੀ ਸ਼ੁਕਲਾ ਨੂੰ ਕਿਹਾ, ਇੱਧਰ ਆ ਜਾ। ਸ਼ੁਕਲਾ ਨੇ ਕਿਹਾ, ਮੈਂ ਆਜ਼ਾਦ ਨਹੀਂ ਹਾਂ, ਆਪਣੇ ਪਤੀ ਦੇ ਬਾਣਾ ਕਰਕੇ ਮੈਂ ਚਾਰ ਚੁਫੇਰਿਓਂ ਰਾਖੀ ਵਿੱਚ ਹਾਂ, ਤੇ ਉਹ ਬੜਾ ਸੂਰਵੀਰ ਹੈ। ਮੇਰੇ ਸਾਹਮਣੇ ਸੱਤ ਵੀ ਖੜਾ ਹੈ, ਤੇ ਖੇਵਾਂ ਤੇ ਗਿਆਨਾਦਿਕ ਵੀ ਸਾਰੇ ਮੇਰੇ ਸਨਮੁਖ ਖੜੇ ਹਨ, ਤੇ ਉਹ ਮੇਰੀ ਰਾਖੀ ਕਰ ਰਹੇ ਹਨ। ਇਸ ਲਈ ਮੇਰੇ ਜਿੱਤਣ ਦੀ ਸਮਰੱਥਾ ਨਾ ਇੰਦਰ ਨੂੰ ਹੈ ਔਰ ਨਾ ਕਾਮਦੇਵ ਨੂੰ ਹੈ। ਇਸ ਲਈ ਕਾਮਦੇਵ ਦਾ ਸਾਰਾ ਅਡੰਬਰ ਬਿਰਥਾ ਹੈ। ਹੇ ਰਤੀ, ਤੂੰ ਮੇਰੇ ਅੱਗੋਂ ਚਲੀ ਜਾ ਔਰ ਇੰਦਰ ਨੂੰ ਵੀ ਕਹੋ ਕਿ ਛੇਤੀ ਹੀ ਦੌੜ ਜਾਏ, ਨਹੀਂ ਤਾਂ ਕਾਮਦੇਵ ਸਮੇਤ ਤੁਹਾਨੂੰ ਸਭਨਾਂ ਨੂੰ ਮੈਂ ਹੁਣੇ ਹੀ ਭਸਮ ਕਰ ਦਿਆਂਗੀ। ਇਹ ਬਚਨ ਗੁੱਸੇ ਵਾਲੇ ਸੁਣਦੇ ਸਾਰ ਹੀ ਇੰਦਰ ਕਾਮ ਆਦਿਕਾਂ ਨੂੰ ਲੈ ਕੇ ਨੱਠ ਗਿਆ, ਤੇ ਮਨ ਵਿੱਚ ਬੜਾ ਡਰਿਆ ਕਿ ਕਿਤੇ ਸ਼ਰਾਪ ਦੇ ਕੇ ਸ਼ੁਕਲਾ ਮੈਨੂੰ ਮੇਰੀ ਸੈਨਾ ਸਮੇਤ ਭਸਮ ਹੀ ਨਾ ਕਰ ਦਵੇ। ਉਹ ਪ੍ਰਗਿਆ ਸਖੀ ਵੀ ਡਰਦੀ ਮਾਰੀ ਨੱਠ ਗਈ ਕਿ ਕਿਤੇ ਮੇਰਾ ਹਾਲ ਵੀ ਸ਼ੁਕਲਾ ਜਾਣ ਨਾ ਗਈ ਹੋਵੇ ਔਰ ਮੈਨੂੰ ਭਸਮ ਨਾ ਕਰ ਦਵੇ। ਇਸ ਵੇਲੇ ਸ਼ੁਕਲਾ ਨੂੰ ਪਤਾ ਲੱਗਾ ਕਿ ਇਹ ਪ੍ਰਗਿਆ ਵੀ ਮੇਰੇ ਪਾਸ ਫਰੇਬ ਦੀ ਪਤੀਵ੍ਰਤਾ ਬਣ ਕੇ ਆਈ ਸੀ। ਤਦ ਸ਼ੁਕਲਾ ਵੀ ਉੱਥੋਂ ਘਰ ਨੂੰ ਮੁੜ ਆਈ ਔਰ ਆ ਕੇ ਆਪਣੇ ਪਤੀ ਦੇ ਧਿਆਨ ਵਿੱਚ ਮਨ ਜੋੜ ਕੇ ਬੈਠ ਗਈ। ਇੱਧਰ ਜਦ ਸ਼ੁਕਲਾ ਦਾ ਪਤੀ ਸ਼ੁਕਲ ਤੀਰਥ ਯਾਤਰਾ ਕਰਕੇ ਘਰ ਨੂੰ ਮੁੜਿਆ, ਤਦ ਰਸਤੇ ਵਿੱਚ ਧਰਮ ਨੇ ਪੰਡਤ ਬ੍ਰਾਹਮਣ ਦਾ ਰੂਪ ਧਾਰ ਕੇ ਸ਼ੁਕਲ ਨੂੰ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ। ਸ਼ੁਕਲ ਨੇ ਕਿਹਾ, ਮੈਂ ਤੀਰਥ ਯਾਤਰਾ ਕਰਕੇ ਆਇਆ ਹਾਂ। ਬ੍ਰਾਹਮਣ ਨੇ ਕਿਹਾ, ਤੈਨੂੰ ਤੀਰਥ ਯਾਤਰਾ ਦਾ ਕੁਝ ਵੀ ਫਲ ਨਹੀਂ ਮਿਲੇਗਾ। ਸ਼ੁਕਲ ਨੇ ਦੁਖੀ ਹੋ ਕੇ ਪੁੱਛਿਆ, ਕਿਉਂ ਨਹੀਂ ਮਿਲੇਗਾ? ਤਦ ਬ੍ਰਾਹਮਣ ਨੇ ਕਿਹਾ, ਤੂੰ ਧਰਮ ਨੂੰ ਬਿਲਕੁਲ ਨਹੀਂ ਜਾਣਦਾ। ਸੁਣ, ਜਿਸ ਦੇ ਘਰ ਵਿੱਚ ਪਤੀਵ੍ਰਤਾ ਇਸਤਰੀ ਹੁੰਦੀ ਹੈ, ਉਸ ਦੇ ਘਰ ਵਿੱਚ ਹੀ ਸਾਰੇ ਤੀਰਥ ਨਿਵਾਸ ਕਰਦੇ ਹਨ, ਔਰ ਜੋ ਆਦਮੀ ਪਤੀਵ੍ਰਤਾ ਇਸਤਰੀ ਨੂੰ ਛੱਡ ਕੇ ਜਾਂਦਾ ਹੈ, ਉਸ ਦਾ ਸਾਰਾ ਪੁੰਨ ਨਾਸ਼ ਹੋ ਜਾਂਦਾ ਹੈ। ਜਿਸ ਘਰ ਵਿਖੇ ਪਤੀਵ੍ਰਤਾ ਹੁੰਦੀ ਹੈ, ਦੇਵਤਾ ਔਰ ਪਿਤਰ ਵੀ ਉਸ ਘਰ ਵਿਖੇ ਵਾਸਾ ਕਰਦੇ ਹਨ, ਔਰ ਉਹ ਗ੍ਰਸਤੀ ਚੰਗਾ ਗਿਣਿਆ ਜਾਂਦਾ ਹੈ। ਪਤੀਵ੍ਰਤਾ ਇਸਤਰੀ ਦੇ ਸਮਾਨ ਨਾ ਕੋਈ ਤੀਰਥ ਹੈ ਤੇ ਨਾ ਕੋਈ ਧਰਮ ਹੀ ਹੈ। ਐਸੀ ਪਤੀਵ੍ਰਤਾ ਨੂੰ ਜੋ ਤਿਆਗ ਕੇ ਤੀਰਥ ਕਰਨ ਜਾਂਦਾ ਹੈ, ਉਸ ਦਾ ਧਰਮ ਨਹੀਂ ਰਹਿੰਦਾ ਹੈ। ਹੇ ਸ਼ੁਕਲ, ਤੂੰ ਛੇਤੀ ਆਪਣੇ ਘਰ ਜਾ, ਦੇਰ ਨਾ ਕਰ, ਕਿਉਂਕਿ ਤੇਰੀ ਇਸਤਰੀ ਤੇਰੇ ਵਿਜੋਗ ਕਰਕੇ ਬੜਾ ਦੁੱਖ ਭੋਗ ਰਹੀ ਹੈ। ਸ਼ੁਕਲ ਧਰਮ ਦੀ ਬਾਤ ਸੁਣ ਕੇ ਛੇਤੀ ਛੇਤੀ ਤੁਰਨ ਲੱਗਾ ਤੇ ਥੋੜੇ ਹੀ ਦਿਨਾਂ ਵਿੱਚ ਆਪਣੇ ਘਰ ਪਹੁੰਚ ਗਿਆ। ਸ਼ੁਕਲਾ ਨੇ ਜਦ ਦੂਰੋਂ ਹੀ ਦੇਖਿਆ ਕਿ ਪਤੀ ਆ ਗਿਆ ਹੈ, ਤਦ ਬੜੀ ਖੁਸ਼ੀ ਨਾਲ ਉੱਠੀ ਤੇ ਬੜੇ ਆਦਰ ਨਾਲ ਤੇ ਸਤਿਕਾਰ ਨਾਲ ਪਤੀ ਦੇ ਚਰਨਾਂ ਦੀ ਧੂੜ ਝਾੜੀ। ਫਿਰ ਹੱਥ ਪੈਰ ਧੋਏ ਤੇ ਬੜੀ ਪ੍ਰੀਤ ਨਾਲ ਆਸਨ ਤੇ ਬਿਠਾਇਆ ਤੇ ਚਰਨ ਧੋ ਕੇ ਚਰਨਾ ਅੰਮ੍ਰਿਤ ਲਿੱਤਾ, ਔਰ ਬਹੁਤ ਦਿਨਾਂ ਪਿੱਛੋਂ ਮਿਲਣ ਦੇ ਕਾਰਨ ਪ੍ਰੇਮ ਨਾਲ ਰੁਦਨ ਕਰਨ ਲੱਗੀ। ਦੋਹਾਂ ਨੇ ਪਰਸਪਰ ਬੜੇ ਪ੍ਰੇਮ ਨਾਲ ਮਿਲਾਪ ਕੀਤਾ ਤੇ ਬਹੁਤ ਚਿਰ ਦੇ ਵਿਜੋਗ ਦਾ ਜੋ ਦੁੱਖ ਸੀ ਸੋ ਸਭ ਦੂਰ ਕਰ ਲਿਆ ਔਰ ਆਨੰਦ ਨਾਲ ਆਪਣਾ ਸਮਾਂ ਬਿਤਾਉਣ ਲੱਗੇ। ਸੋ ਧਨ ਪਤੀਵ੍ਰਤਾ ਹੈ, ਜਿਸ ਦੇ ਸੱਤ ਨਾਲ ਇਹ ਬ੍ਰਹਿਮੰਡ ਬਿਨਾਂ ਥੰਮਾਂ ਤੋਂ ਖੜਾ ਹੈ। ਸੋ ਇਸ ਸਾਖੀ ਦਾ ਤਾਤਪਰਯ ਇਹ ਹੈ ਕਿ ਪਤੀਵ੍ਰਤਾ ਇਸਤਰੀ ਔਰ ਇਸਤਰੀ ਬ੍ਰਤ ਪੁਰਸ਼ ਦੋਵੇਂ ਆਪੋ ਆਪਣੇ ਧਰਮਾਂ ਵਿੱਚ ਪੱਕੇ ਰਹਿਣ ਤਾਂ ਹੋਰ ਕਰਮਾਂ ਦੀ ਆਵਸ਼ਕਤਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।